Hello everyone, welcome to Victor's Knowledge. This is Shinu Sharma. So today I'm going to share a very important revision strategy for the exam of PPSC Cooperative Inspector. So सिर्फ 15 ਦਿਨਾਂ ਦਾ ਟਾਈਮ ਬਚਿਆ ਹੈ। 11 ਸਤੰਬਰ ਨੂੰ PPSC Cooperative ਐਗਜ਼ਾਮ ਹੋਣ ਜਾ ਰਿਹਾ ਹੈ। ਸੋ ਹੁਣ ਆਪਾਂ ਨੇ ਲਾਸਟ ਸਟੇਜ ਦੇ ਵਿੱਚ ਕਿਹੜੇ-ਕਿਹੜੇ ਸਬਜੈਕਟ ਦੇ ਉੱਤੇ ਜ਼ਿਆਦਾ ਫੋਕਸ ਕਰਨਾ ਹੈ, ਕਿਵੇਂ ਆਪਣੀ ਰਿਵੀਜ਼ਨ ਕਰਨੀ ਹੈ, ਜਿਹਦੇ ਨਾਲ ਆਪਾਂ ਪੇਪਰ ਦੇ ਲਈ ਬਿਲਕੁਲ ਹੀ ਇੱਕ ਪੋਜ਼ਿਟਿਵ ਅਪਰੋਚ ਦੇ ਨਾਲ ਤਿਆਰ ਹੋਈਏ। ਸੋ ਨਾਓ ਲੈਟਸ ਗੈਟ ਸਟਾਰਟਡ। ਸਭ ਤੋਂ ਪਹਿਲੀ ਚੀਜ਼ ਹੈ ਜੀਐਸ ਦੇ ਸਬਜੈਕਟ। ਆਪਾਂ ਨੂੰ ਪਤਾ ਹੈ ਪੇਪਰ ਦੇ ਵਿੱਚ ਦੋ ਪਾਰਟਸ ਨੇ। ਇੱਕ ਪਹਿਲਾ ਪਾਰਟ ਹੈ, ਉਹਦੇ ਚ 80 ਕੁਐਸਚਨ ਆਉਣੇ ਨੇ ਜੀਐਸ ਦੇ ਨਾਲ ਰਿਲੇਟਡ, ਇਨਕਲੂਡਿੰਗ ਕਰੰਟ ਅਫੇਅਰ, ਨੈਸ਼ਨਲ, ਇੰਟਰਨੈਸ਼ਨਲ। ਜਿਹੜਾ ਦੂਜਾ ਭਾਗ ਹੈ ਪਾਰਟ ਬੀ, ਉਹਦੇ ਵਿੱਚ ਆਉਣੇ ਨੇ 40 ਕੁਐਸਚਨ ਤੇ ਉਹ 40 ਕੁਐਸਚਨ ਰਹਿਣ ਵਾਲੇ ਨੇ ਰੀਜ਼ਨਿੰਗ ਕੁਆਂਟ ਨਾਲ ਰਿਲੇਟਡ। ਸੋ ਕੋਈ ਬਹੁਤ ਜ਼ਿਆਦਾ ਟੈਕਨੀਕਲ ਉੱਥੇ ਤੁਹਾਨੂੰ ਮੈਥ ਨਹੀਂ ਦੇਖਣ ਨੂੰ ਮਿਲਣਾ। ਡੇਟਾ ਇੰਟਰਪ੍ਰੀਟੇਸ਼ਨ ਦੇ ਤੁਹਾਨੂੰ ਉੱਥੇ ਥੋੜੇ ਜਿਹੇ ਐਡਵਾਂਸ ਲੈਵਲ ਦੇ ਕੁਐਸਚਨ ਜ਼ਰੂਰ ਆ ਸਕਦੇ ਨੇ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ ਪਾਰਟ ਏ ਦੀ, ਜਿਹਦੇ ਵਿੱਚੋਂ 80 ਕੁਐਸਚਨ ਆਉਣੇ ਨੇ। ਮੈਜੋਰਿਟੀ ਤੁਹਾਡਾ ਜਿਹੜਾ ਪਾਰਟ ਹੈ, ਪੋਰਸ਼ਨ ਹੈ, ਉਹ ਇਸੇ ਸਬਜੈਕਟ ਦੇ ਅੰਦਰ ਹੀ ਕਵਰ ਹੁੰਦਾ ਹੈ, ਦੈਟ ਇਜ਼ ਜਨਰਲ ਸਟੱਡੀਜ਼, ਔਰ ਜਿਹਨੂੰ ਆਪਾਂ ਜਨਰਲ ਅਵੇਅਰਨੈਸ ਕਹਿ ਦਿੰਦੇ ਹਾਂ। ਹੁਣ ਆਪਾਂ ਨੇ ਜਦੋਂ ਰਿਵੀਜ਼ਨ ਕਰਨੀ ਹੈ, ਟਾਈਮ ਬਹੁਤ ਥੋੜਾ ਹੈ। ਹੁਣ ਇਹ ਤਾਂ ਹੈ ਨਹੀਂ ਕਿ ਆਪਾਂ ਹਰ ਟੌਪਿਕ ਪੂਰਾ ਦਾ ਪੂਰਾ ਸਬਜੈਕਟ ਰਿਵਾਈਜ਼ ਕਰ ਲਾਂਗੇ। ਸੋ ਮੇਨ ਆਪਾਂ ਨੇ ਕਿਹੜਾ ਸਬਜੈਕਟ ਦੇਖਣਾ ਹੈ ਤੇ ਕਿਹੜੇ-ਕਿਹੜੇ ਫੋਕਸ ਏਰੀਆਜ਼ ਰਹਿਣੇ ਚਾਹੀਦੇ ਨੇ, ਇਹ ਜਿਹੜੇ ਉਰੇ ਮੈਂ ਤੁਹਾਨੂੰ ਟੌਪਿਕਸ ਮੈਂਸ਼ਨ ਕੀਤੇ ਨੇ ਰਿਵੀਜ਼ਨ ਦੇ ਲਈ, ਇਹ ਕੁਝ ਇਹੋ ਜਿਹੇ ਸਿਲੈਕਟਡ ਟੌਪਿਕਸ ਨੇ ਜਿਹੜੇ ਤੁਸੀਂ ਰਿਵਾਈਜ਼ ਕਰਨੇ ਹੀ ਕਰਨੇ ਨੇ। ਜੇ ਕੋਈ ਸਟੂਡੈਂਟ ਇਹ ਪੂਰਾ ਦਾ ਪੂਰਾ ਸਬਜੈਕਟ ਰਿਵਾਈਜ਼ ਕਰ ਸਕਦਾ ਹੈ, ਉਹਦੀ ਟਾਈਮ ਮੈਨੇਜਮੈਂਟ ਸਹੀ ਹੈ, then that is very good, but I would personally suggest ਕਿ ਹੁਣ ਟਾਈਮ ਹੈ, ਤੁਸੀਂ ਆਪਣੇ ਆਪ ਨੂੰ ਕਨਫਿਊਜ਼ ਨਾ ਕਰੋ, ਕੋਈ ਬਹੁਤ ਜ਼ਿਆਦਾ ਨਵਾਂ ਮਟੀਰੀਅਲ ਨਾ ਪੜੋ। ਸਿਰਫ ਜੋ ਤੁਸੀਂ ਆਲਰੇਡੀ ਪੜ੍ਹ ਚੁੱਕੇ ਹੋ ਉਹਦੇ ਉੱਤੇ ਕੌਨਫੀਡੈਂਸ ਰੱਖੋ ਤੇ ਰਿਵੀਜ਼ਨ ਦੇ ਉੱਤੇ ਫੋਕਸ ਕਰੋ। ਸਭ ਤੋਂ ਪਹਿਲਾਂ ਇਨਵਾਇਰਨਮੈਂਟ ਦੇ ਵਿੱਚ ਤੁਸੀਂ ਇਹ ਜਿਹੜੇ ਮੇਨ ਮੈਂ ਤੁਹਾਨੂੰ ਕਨਸੈਪਟ ਦੱਸਣ ਜਾ ਰਹੀ ਹਾਂ, ਇਹਨਾਂ ਨੂੰ ਰਿਵਾਈਜ਼ ਕਰਨਾ ਹੈ। ਸਭ ਤੋਂ ਪਹਿਲਾ ਇੰਪੋਰਟੈਂਟ ਟੌਪਿਕ ਆਉਂਦਾ ਪੋਲਿਊਸ਼ਨ ਦੇ ਨਾਲ ਕਿਹੜੀਆਂ-ਕਿਹੜੀਆਂ ਪ੍ਰੋਬਲਮਸ ਆ ਸਕਦੀਆਂ ਨੇ। ਦੈਨ ਇਹਦੇ ਵਿੱਚ ਐਸਿਡ ਰੇਨ ਦਾ ਟੌਪਿਕ ਵੀ ਕਵਰ ਹੁੰਦਾ। ਗਲੋਬਲ ਵਾਰਮਿੰਗ ਦੇ ਵਿੱਚ ਆਪਾਂ ਨੇ ਓਜ਼ੋਨ ਲੇਅਰ ਬਾਰੇ ਵੀ ਪੜ੍ਹਨਾ ਹੈ, ਰੀਜ਼ਨਸ ਕੀ ਨੇ, ਇਫੈਕਟ ਕੀ ਨੇ, ਉਹ ਸਾਰਾ ਕੁਝ ਪੜ੍ਹਨਾ ਹੈ। ਉਸ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਆਉਂਦੀਆਂ ਨੇ ਇੰਟਰਨੈਸ਼ਨਲ ਕਨਵੈਨਸ਼ਨ ਤੇ ਪ੍ਰੋਟੋਕਾਲ। ਆਲਰੇਡੀ ਮੈਂ YouTube ਉੱਤੇ ਲੈਕਚਰ ਇਹਦਾ ਅਪਲੋਡ ਕੀਤਾ ਹੋਇਆ, ਜਿਹਦੇ ਵਿੱਚ A to Z ਜਿੰਨੀਆਂ ਵੀ ਪੇਪਰ ਦੇ ਲਈ ਕਨਵੈਨਸ਼ਨ ਪ੍ਰੋਟੋਕਾਲ ਜ਼ਰੂਰੀ ਨੇ ਇਨਵਾਇਰਨਮੈਂਟ ਨਾਲ ਰਿਲੇਟਡ, ਉਹ ਸਾਰੀਆਂ ਮੈਂ ਕਵਰ ਕੀਤੀਆਂ ਹੋਈਆਂ ਨੇ। ਇੰਪੋਰਟੈਂਟ ਤੁਸੀਂ ਪਾਰਕਸ ਤਿਆਰ ਕਰਕੇ ਜਾਣੇ ਨੇ, ਨੈਸ਼ਨਲ ਪਾਰਕ, ਵਾਈਲਡ ਲਾਈਫ ਸੈਂਚੁਰੀ ਜੋ ਨਿਊਜ਼ ਵਿੱਚ ਰਹੇ ਨੇ। ਉਸ ਤੋਂ ਬਾਅਦ ਥੋੜਾ ਅਗਲਾ ਫੋਕਸ ਹੋਣਾ ਚਾਹੀਦਾ ਹੈ ਕਰੰਟ ਬੇਸਡ IUCN ਦੀ ਜਿਹੜੀ ਸਪੀਸੀਜ਼ ਦੀ ਲਿਸਟ ਆਉਂਦੀ ਰਹਿੰਦੀ ਹੈ, ਥ੍ਰੈਟਨਡ, ਵਲਨਰੇਬਲ, critically endangered, least concerned। ਲਾਸਟ ਵਿੱਚ ਤੁਸੀਂ ਜੇ ਕੋਈ ਨੈਸ਼ਨਲ ਲੈਵਲ, ਇੰਟਰਨੈਸ਼ਨਲ ਲੈਵਲ ਦੀ ਰਿਪੋਰਟ, ਰੈਂਕ, ਇੰਡੈਕਸ ਆਇਆ ਹੈ ਕਰੰਟ ਨਿਊਜ਼ ਦੇ ਵਿੱਚ, ਉਹ ਸਾਰੀਆਂ ਚੀਜ਼ਾਂ ਕਵਰ ਕਰਨੀਆਂ ਨੇ। ਉਸ ਤੋਂ ਬਾਅਦ ਅਗਲਾ ਇੰਪੋਰਟੈਂਟ ਸਬਜੈਕਟ ਆਉਂਦਾ ਜੋ ਤੁਸੀਂ ਡੈਫੀਨੇਟਲੀ ਕਰਨਾ ਹੈ, ਇਕਨੋਮਿਕਸ ਦੇ ਵਿੱਚ ਵੀ ਪਲੈਨਿੰਗ ਦਾ ਟੌਪਿਕ ਨਹੀਂ ਛੱਡਣਾ। ਨੀਤੀ ਆਯੋਗ, ਅਨਐਮਪਲੋਇਮੈਂਟ ਦਾ ਟਾਈਪਸ, ਅਨਐਮਪਲੋਇਮੈਂਟ ਦੀ ਸਪੈਸ਼ਲੀ, ਬੈਂਕਿੰਗ ਤੇ ਮਨੀ, ਇਹਦੇ ਵਿੱਚੋਂ 100% ਕੋਈ ਵੀ ਪੇਪਰ ਹੈ ਕੁਐਸਚਨ ਆਉਂਦਾ ਹੀ ਆਉਂਦਾ ਹੈ। ਸਪੈਸ਼ਲੀ PPSC ਦਾ ਇਹ ਵਨ ਆਫ ਦਾ ਫੇਵਰੇਟ ਟੌਪਿਕ ਹੈ। ਕੈਸ਼ ਰਿਜ਼ਰਵ ਰੇਸ਼ੋ, SLR, ਮਨੀ ਸਪਲਾਈ, ਇਹ ਸਾਰੇ ਕਨਸੈਪਟ ਤਿਆਰ ਕਰਨੇ ਨੇ। ਬੇਸਿਕ ਜਿਹੜਾ ਬੈਕਗਰਾਉਂਡ ਹੁੰਦਾ ਬੈਂਕਿੰਗ ਦਾ, RBI ਦੇ ਫੰਕਸ਼ਨਸ, ਇਹ ਸਾਰੀਆਂ ਚੀਜ਼ਾਂ, ਕ੍ਰੈਡਿਟ ਕ੍ਰੀਏਸ਼ਨ। ਉਸ ਤੋਂ ਬਾਅਦ ਬਜਟ, ਲੇਟੈਸਟ ਬਜਟ ਤੇ ਇਕਨੋਮਿਕ ਸਰਵੇ ਤੁਸੀਂ ਜ਼ਰੂਰ ਤਿਆਰ ਕਰਨਾ ਹੈ, ਤੇ ਇਹਦੇ ਵਿੱਚ ਜੇ ਹੋ ਸਕੇ ਤਾਂ ਪੰਜਾਬ ਦਾ ਵੀ ਤੁਸੀਂ ਜ਼ਰੂਰ ਤਿਆਰ ਕਰਨਾ ਹੈ। ਉਸ ਤੋਂ ਬਾਅਦ ਹੈ ਮਾਡਰਨ ਇੰਡੀਆ ਹਿਸਟਰੀ। ਹੁਣ ਮਾਡਰਨ ਇੰਡੀਆ ਹਿਸਟਰੀ ਮੈਂ ਤੁਹਾਨੂੰ ਇਹ ਨਹੀਂ ਕਹੂੰਗੀ ਕਿ ਪੂਰੀ ਦੀ ਪੂਰੀ ਰਿਵਾਈਜ਼ ਕਰੋ, ਦੈਟਸ ਕੰਪਲੀਟਲੀ ਅਪ ਟੂ ਯੂ, ਪਰ ਜੋ ਟੌਪਿਕ ਤੁਸੀਂ ਬਿਲਕੁਲ ਵੀ ਛੱਡਣਾ ਨਹੀਂ ਹੈ ਉਹ ਹੈ ਜਦੋਂ ਤੋਂ ਗਾਂਧੀਅਨ ਏਰਾ ਸ਼ੁਰੂ ਹੁੰਦਾ ਹੈ, ਚੰਪਾਰਨ ਸੱਤਿਆਗ੍ਰਹਿ ਹੋ ਗਿਆ, ਅਹਿਮਦਾਬਾਦ ਮਿਲ ਸਟ੍ਰਾਈਕ ਹੋ ਗਈ। ਜਦੋਂ ਤੋਂ ਗਾਂਧੀਅਨ ਏਰਾ ਸ਼ੁਰੂ ਹੋ ਜਾਂਦਾ ਹੈ, ਗਾਂਧੀ ਜੀ ਸਾਊਥ ਅਫਰੀਕਾ ਛੱਡ ਕੇ ਭਾਰਤ ਆ ਜਾਂਦੇ ਨੇ, ਉਸ ਤੋਂ ਬਾਅਦ ਤੋਂ ਲੈ ਕੇ ਆਜ਼ਾਦੀ ਤੱਕ ਦਾ ਜਿਹੜਾ ਟਾਈਮ ਪੀਰੀਅਡ ਹੈ ਤੁਸੀਂ ਉਹਨੂੰ ਡੈਫੀਨੇਟਲੀ ਕਵਰ ਕਰਨਾ ਹੈ। ਦੈਨ ਕਮਸ ਪੰਜਾਬ GK ਵਿੱਚ ਮੇਨ ਤੁਸੀਂ ਫੋਕਸ ਰੱਖੋ ਮਾਡਰਨ ਹਿਸਟਰੀ ਤੇ ਉਹਦੇ ਵਿੱਚੋਂ ਵੀ ਮਹਾਰਾਜਾ ਰਣਜੀਤ ਸਿੰਘ ਦੇ ਰੂਲ ਤੋਂ ਸ਼ੁਰੂ ਕਰਕੇ ਰੀਆਰਗਨਾਈਜੇਸ਼ਨ ਤੱਕ। ਤੇ ਇਹਦੇ ਤੋਂ ਜੋ ਆਪਾਂ ਪਹਿਲਾਂ ਵਾਲੀ ਹਿਸਟਰੀ ਦੀ ਗੱਲ ਕਰੀਏ ਮਿਡੀਵਲ ਦੀ, ਤਾਂ ਉਹਦੇ ਵਿੱਚੋਂ ਤੁਸੀਂ ਮੇਨ ਫੋਕਸ ਰੱਖਣਾ ਹੈ ਸਿੱਖ ਗੁਰੂਜ਼ ਉੱਤੇ। ਸੋ ਜਿਹੜਾ ਪਾਰਟ A ਹੈ 80 ਕੁਐਸਚਨ ਆਉਣੇ ਨੇ।
ਹੁਣ ਉਹਦੇ ਵਿੱਚ ਤੁਸੀਂ ਦੋ ਤਰੀਕੇ ਨਾਲ ਤਿਆਰੀ ਕਰਨੀ ਹੈ। ਇੱਕ ਤਾਂ ਜੀਐਸ ਜਨਰਲ ਕਵਰ ਕਰਨਾ ਜਿਹਦੇ ਵਿੱਚ ਮੇਨ ਸਟੈਟਿਕ ਫੈਕਟ ਦੇਖਣੇ ਨੇ, ਦੂਜਾ ਮੇਨ ਫੋਕਸ ਰੱਖਣਾ ਹੈ ਕਰੰਟ ਅਫੇਅਰਸ ਉੱਤੇ, ਕਿਉਂਕਿ ਆਲਰੇਡੀ ਜੇ ਤੁਸੀਂ ਸਿਲੇਬਸ ਦੀ ਵਰਡਿੰਗ ਦੇਖੀ ਹੋਊਗੀ ਤਾਂ ਉਹਦੇ ਵਿੱਚ ਪੰਜਾਬ ਜੀਕੇ, ਪੰਜਾਬ ਹਿਸਟਰੀ ਨੂੰ ਛੱਡ ਕੇ, ਮਾਡਰਨ ਇੰਡੀਆ ਹਿਸਟਰੀ ਨੂੰ ਛੱਡ ਕੇ ਬਾਕੀ ਜਿਹੜੇ ਸਬਜੈਕਟਸ ਨੇ ਉਹਨਾਂ ਦੇ ਨਾਲ ਇਸ਼ੂ ਵਰਡ ਯੂਜ਼ ਕੀਤਾ ਹੋਇਆ। ਸੋ ਹੁਣ ਇਸ਼ੂ ਦੇ ਵਿੱਚ ਤੁਸੀਂ ਇਹ ਨਹੀਂ ਕਿ ਸਿਰਫ ਔਰ ਸਿਰਫ ਕਰੰਟ ਹੀ ਕਰਕੇ ਜਾਣਾ, ਸਟੈਟਿਕ ਨੂੰ ਛੱਡ ਦੋ, ਕਿਉਂਕਿ ਕਰੰਟ ਇਸ਼ੂਜ਼ ਦੇ ਵਿੱਚੋਂ ਹੀ ਸਟੈਟਿਕ ਕੁਐਸਚਨ ਬਣ ਕੇ ਆਉਂਦੇ ਨੇ। ਸੋ ਜਿਹੜੇ ਮੈਂ ਤੁਹਾਨੂੰ ਪਿੱਛੇ ਦੱਸੇ ਨੇ ਟੌਪਿਕ ਉਹ ਤਾਂ ਤੁਸੀਂ ਡੈਫੀਨੇਟਲੀ ਕਰਨੇ ਨੇ। Current affairs is going to be the most important portion in order to crack this exam. So ਇਹਦੇ ਵਿੱਚ ਮੈਂ suggest ਕਰੂੰਗੀ, ਇੱਕ ਤਾਂ ਤੁਸੀਂ MCQs ਰਿਵਾਈਜ਼ ਕਰਨੇ ਨੇ, MCQ ਦੀ ਫਾਰਮ ਚ ਕੁਐਸਚਨ, so that ਚਾਹੇ ਉਹ ਤੇ ਤੁਹਾਨੂੰ ਸਟੇਟਮੈਂਟ ਬੇਸਡ ਕੁਐਸਚਨ ਆ ਜਾਵੇ, ਘੱਟੋ ਘੱਟ ਤੁਸੀਂ ਉਹਦੀ MCQ ਫਾਰਮ ਹੀ ਜੇ ਦੇਖੀ ਹੋਊਗੀ ਤੁਹਾਨੂੰ ਉੱਥੇ ਸਟੇਟਮੈਂਟ ਡਿਡਕਟ ਕਰਨ ਦੇ ਵਿੱਚ ਹੈਲਪ ਮਿਲੂਗੀ। ਸੋ ਜਨਵਰੀ ਤੋਂ ਸ਼ੁਰੂ ਕਰੋ ਤੇ ਡਿਟੇਲਡ ਕਰੰਟ ਅਫੇਅਰ ਮੈਂ ਰეკਮੈਂਡ ਕਰ ਰਹੀ ਹਾਂ ਕਿ 6 ਮੰਥ ਦੇ ਕਰੋ, ਈਵਨ ਜਨਵਰੀ ਤੋਂ ਹੀ ਕਰੋ ਪਿਛਲੇ 8 ਮਹੀਨਿਆਂ ਦੇ, ਪਰ ਸਟਿਲ ਹੁਣੇ ਰਿਵੀਜ਼ਨ ਟਾਈਮ ਹੈ, ਸਿਰਫ 15 ਦਿਨਾਂ ਦਾ ਟਾਈਮ ਬਚਿਆ ਹੈ। ਸੋ ਪੋਸੀਬਲ ਨਹੀਂ ਹੈ ਕਿ ਤੁਸੀਂ MCQ ਵੀ 8 ਮਹੀਨਿਆਂ ਦੇ ਕਰੋ, ਡਿਟੇਲਡ ਵੀ 8 ਮਹੀਨਿਆਂ ਦੇ ਕਰੋ। ਸੋ ਡਿਟੇਲਡ ਤੁਸੀਂ ਲਾਸਟ 3 ਮਹੀਨਿਆਂ ਦੇ ਕਰੋ, ਕਿਉਂਕਿ ਡਿਟੇਲ ਦੇ ਵਿੱਚ ਕੀ ਹੁੰਦਾ ਹੈ, ਕਈ ਵਾਰੀ ਪਿਛਲੇ 4-5 ਮਹੀਨਿਆਂ ਤੋਂ ਸੇਮ ਨਿਊਜ਼ ਲਿੰਕ ਕਰਕੇ ਚੱਲ ਰਹੀ ਹੁੰਦੀ ਹੈ। ਸੋ ਜਦੋਂ ਤੁਸੀਂ 3 ਮਹੀਨਿਆਂ ਦੇ ਵੀ ਡਿਟੇਲ ਪੜ੍ਹ ਲਓਗੇ ਤਾਂ ਉਹਦੇ ਨਾਲ ਪੁਰਾਣੀਆਂ ਕਾਫੀ ਨਿਊਜ਼ ਦਾ ਵੀ ਲਿੰਕ ਆਪਣੇ ਆਪ ਤੁਹਾਨੂੰ ਮਿਲ ਜੂਗਾ। ਸੋ ਡਿਟੇਲਡ ਨਿਊਜ਼, ਡਿਟੇਲਡ ਕਰੰਟ ਅਫੇਅਰ ਤੁਸੀਂ ਜ਼ਰੂਰ ਕਰਕੇ ਜਾਣੇ ਨੇ, ਸਪੈਸ਼ਲੀ PPSC ਦੇ ਪੇਪਰ ਦੇ ਵਿੱਚ ਜਿੱਥੇ ਤੁਹਾਨੂੰ ਸਟੇਟਮੈਂਟ ਬੇਸਡ ਕੁਐਸਚਨ ਹੀ ਆਉਣਗੇ। ਜਾਂ ਫਿਰ ਇੱਕ ਹੋਰ ਸੁਜੈਸ਼ਨ ਹੈ, ਜੇ ਕੋਈ ਸਟੂਡੈਂਟ ਰਿਵਾਈਜ਼ ਨਹੀਂ ਕਰ ਸਕਦਾ ਕਰੰਟ ਅਫੇਅਰ, ਉਹਦੀ ਟਾਈਮ ਮੈਨੇਜਮੈਂਟ ਸਹੀ ਨਹੀਂ ਚੱਲ ਰਹੀ, ਉੱਥੇ ਤੁਸੀਂ ਇੱਕ ਬਹੁਤ ਵਧੀਆ ਆਪਸ਼ਨ ਆਪਟ ਕਰ ਸਕਦੇ ਹੋ ਕਰੰਟ ਅਫੇਅਰ ਦੀ, ਜਿਹਦੇ ਨਾਲ ਥੋੜੀ ਰਿਵੀਜ਼ਨ ਹੋ ਜੂ, ਤੁਹਾਨੂੰ ਇਹ ਪਤਾ ਚੱਲ ਜੂ ਕਿ ਜੋ ਤੁਸੀਂ ਪਹਿਲਾਂ ਕਰੰਟ ਅਫੇਅਰ ਪੜ੍ਹੇ ਸੀ ਉਹ ਤੁਹਾਡੇ ਹੁਣ ਵੀ ਦਿਮਾਗ ਵਿੱਚ ਹੈਗੇ, ਤੁਹਾਡੀ ਸਹੀ ਤਰੀਕੇ ਨਾਲ ਤਿਆਰੀ ਹੋਈ ਹੈ ਜਾਂ ਨਹੀਂ। ਸੋ ਉਹਦਾ ਇੱਕ ਹੀ ਤਰੀਕਾ ਹੈ, ਮੌਕ ਟੈਸਟ ਦਿਓ, ਜਿੰਨੇ ਜ਼ਿਆਦਾ ਹੋ ਸਕਣ ਮੌਕ ਟੈਸਟ ਦਿਓ, ਪ੍ਰੋਪਰ ਟਾਈਮ ਐਲੋਕੇਟ ਕਰੋ, ਘੱਟੋ ਘੱਟ 10 ਦਿਨ ਡੇਲੀ ਇੱਕ ਮੌਕ ਟੈਸਟ ਦਿਓ। ਮੌਕ ਟੈਸਟ ਕਰਨ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ, ਹਾਰਡਲੀ 2 ਘੰਟੇ ਲੱਗਦੇ ਨੇ। ਸੋ ਤੁਸੀਂ ਮੌਕ ਟੈਸਟ ਤੋਂ 10 ਦਿਨ 10 ਮੌਕ ਟੈਸਟ ਤੋਂ, ਇਹਦੇ ਨਾਲ ਕੀ ਹੈ, ਇੱਕ ਤਾਂ ਤੁਹਾਡੀ ਪ੍ਰੈਪਰੇਸ਼ਨ ਓਵਰਆਲ ਸਟਰੋਂਗ ਹੋਊਗੀ, ਤੁਹਾਨੂੰ ਪੇਪਰ ਦਾ ਡਰ ਨਿਕਲ ਜੂਗਾ। ਜਿਵੇਂ ਜਿਹੜੇ ਮੈਂ ਮੌਕ ਟੈਸਟ ਤਿਆਰ ਕੀਤੇ ਹੋਏ ਨੇ ਉਹਨਾਂ ਦਾ ਜਿਹੜਾ ਲੈਵਲ ਹੈ ਐਗਜ਼ੈਕਟਲੀ PPSC ਦਾ ਲੈਵਲ ਫੋਲੋ ਕੀਤਾ ਹੋਇਆ ਹੈ। ਐਵਰੇਜ ਕੁਐਸਚਨ ਵੀ ਮਿਲਣਗੇ, ਮੋਡਰੇਟ ਟੂ ਟਫ ਵੀ ਮਿਲਣਗੇ। ਸੋ ਇਹ ਮੌਕ ਟੈਸਟ ਕਰਨ ਤੋਂ ਬਾਅਦ ਇੱਕ ਤਾਂ ਤੁਹਾਡੇ ਪਿਛਲੇ 1.5 ਸਾਲ ਦੇ ਕਰੰਟ ਅਫੇਅਰ ਰਿਵਾਈਜ਼ ਹੋ ਜਾਣਗੇ, ਦੂਜਾ ਤੁਹਾਡੇ GS ਤੇ ਵੀ ਓਵਰਆਲ ਜੇ ਆਪਾਂ ਗੱਲ ਕਰੀਏ 800 ਕੁਐਸਚਨ ਹੋ ਜਾਣਗੇ ਤਿਆਰ, ਕਿਉਂਕਿ 10 ਕੰਪਲੀਟ ਮੌਕ ਟੈਸਟ ਨੇ, 120 ਕੁਐਸਚਨ ਹੈ ਇੱਕ ਮੌਕ ਟੈਸਟ ਦੇ ਅੰਦਰ, 400 ਕੁਐਸਚਨ ਤੁਹਾਡੇ ਰੀਜ਼ਨਿੰਗ ਤੇ ਕੁਆਂਟ ਦੇ ਤਿਆਰ ਹੋ ਜਾਣਗੇ। ਤੇ ਇਹਦੇ ਵਿੱਚ ਮੈਂ ਐਡਵਾਂਸ ਲੈਵਲ ਦੇ ਹੀ ਡੇਟਾ ਇੰਟਰਪ੍ਰੀਟੇਸ਼ਨ ਐਡ ਕੀਤੀ ਹੋਈ ਹੈ, ਸੋ ਦੈਟ ਥੋੜਾ ਪੇਪਰ ਵਾਲਾ ਡਰ ਪਹਿਲਾਂ ਹੀ ਨਿਕਲ ਸਕੇ। ਤੇ ਇਹ ਜਿਹੜਾ ਪੈਟਰਨ ਹੈ ਆਈ ਐਮ ਰਿਪੀਟਿੰਗ ਐਗਜ਼ੈਕਟਲੀ PPSC ਲੈਵਲ ਦਾ ਫੋਲੋ ਕੀਤਾ ਹੋਇਆ। ਸੋ ਜੇ ਤੁਸੀਂ ਇਹ 10 ਮੌਕ ਟੈਸਟ ਖਰੀਦਣੇ ਨੇ then the price is ₹400, ਤੁਸੀਂ ਮੈਨੂੰ ਈਮੇਲ ਭੇਜ ਸਕਦੇ ਹੋ। ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰਾਂਗੇ ਪਾਰਟ A ਤੋਂ ਬਾਅਦ ਜਿਹੜਾ 40 ਕੁਐਸਚਨਾਂ ਦਾ ਪਾਰਟ B ਆਉਂਦਾ, ਇਹਦੇ ਚ ਰੀਜ਼ਨਿੰਗ ਕੁਆਂਟ ਹੈ। ਉਰੇ ਮੈਂ ਤੁਹਾਨੂੰ ਇੱਕ ਹੀ ਚੀਜ਼ ਸੁਜੈਸਟ ਕਰੂੰਗੀ ਕਿ ਰੀਜ਼ਨਿੰਗ ਦੇ ਲਈ ਸਿਰਫ ਕਨਸੈਪਟਸ ਜਾਂ ਟ੍ਰਿਕਸ ਨੂੰ ਗੋ ਥਰੂ ਕਰੋ, ਉਹਨਾਂ ਨੂੰ ਰਿਵਾਈਜ਼ ਕਰੋ। ਕੁਆਂਟ ਦੇ ਵਿੱਚ ਸਿਰਫ ਔਰ ਸਿਰਫ ਫਾਰਮੂਲਾਜ਼ ਰਿਵਾਈਜ਼ ਕਰੋ, ਸਿੰਪਲ ਜੋ ਵੀ ਟੌਪਿਕਸ ਨੇ ਉਹਨਾਂ ਦੇ ਫਾਰਮੂਲਾ ਰਿਵਾਈਜ਼ ਕਰੋ, ਫਾਰਮੂਲਾ ਨੂੰ ਲਿਖ ਕੇ ਦੇਖੋ। ਨਾਲ ਹੀ ਡੇਟਾ ਇੰਟਰਪ੍ਰੀਟੇਸ਼ਨ ਦੇ ਲਈ ਹਰ ਟਾਈਪ ਦੀ ਬਾਰ ਗ੍ਰਾਫ ਤੇ ਕਿਵੇਂ ਕੁਐਸਚਨ ਅਟੈਂਪਟ ਕਰਨਾ ਹੈ, ਪਾਈ ਚਾਰਟ, ਕਿਉਂਕਿ ਪਾਈ ਚਾਰਟ ਵਿੱਚ ਸੈਕਟਰ ਕਿਵੇਂ ਕੱਢਣਾ ਹੈ, ਡਿਗਰੀ ਕਿਵੇਂ ਕੱਢਣੀ ਹੈ, ਇਹ ਸਾਰੇ ਫਾਰਮੂਲੇ ਬਹੁਤ ਇੰਪੋਰਟੈਂਟ ਨੇ। ਸੋ ਹਰ ਇੱਕ ਟਾਈਪ ਦੀ ਪ੍ਰੈਕਟਿਸ ਕਰਕੇ ਜਾਓ ਡੇਟਾ ਇੰਟਰਪ੍ਰੀਟੇਸ਼ਨ ਦੀ। ਬਾਕੀ ਲਾਸਟ ਵਿੱਚ ਮੈਂ ਤੁਹਾਨੂੰ ਇੱਕ ਪਰਸਨਲ ਸੁਜੈਸ਼ਨ ਦੇਣਾ ਚਾਹੂੰਗੀ, ਜਿਹੜਾ I would recommend all aspirants to kindly follow and take this as serious suggestion। ਤੁਸੀਂ ਕੀ ਕਰਨਾ ਹੈ, ਸਿਰਫ 2 previous PPSC ਪੇਪਰ ਚੱਕਣੇ ਨੇ। ਇੱਕ ਹੈ PPSC ਨਾਇਬ ਤਹਿਸੀਲਦਾਰ ਦਾ ਜਿਹੜਾ ਇਸੇ ਸਾਲ ਹੋਇਆ ਸੀ, ਦੂਜਾ ਪਿਛਲੇ ਸਾਲ ਹੋਇਆ ਸੀ PPSC ਪ੍ਰਿੰਸੀਪਲ ਦਾ ਪੇਪਰ। ਸੋ ਇਹਦਾ ਲੈਵਲ ਸੀ ਟਫ, ਪ੍ਰਿੰਸੀਪਲ ਐਗਜ਼ਾਮ ਦਾ ਲੈਵਲ ਸੀ ਈਜ਼ੀ ਟੂ ਮੋਡਰੇਟ। ਦੋਨਾਂ ਦਾ ਸਿਲੇਬਸ ਬਿਲਕੁਲ ਐਜ਼ ਇਟ ਇਜ਼ 100% ਸੇਮ ਸੀ, ਪੈਟਰਨ ਸੇਮ ਸੀ, 80 ਕੁਐਸਚਨ GS ਦੇ, 40 ਕੁਐਸਚਨ ਰੀਜ਼ਨਿੰਗ ਕੁਆਂਟ ਦੇ, ਜਿਹੜਾ ਕੋਆਪਰੇਟਿਵ ਦਾ। ਸੋ ਇਹ ਦੋ ਮੈਂ ਤੁਹਾਨੂੰ ਪੇਪਰ ਕਿਉਂ ਕਹਿ ਰਹੀ ਹਾਂ, ਕਿਉਂਕਿ ਇਹਦੇ ਨਾਲ ਥੋੜਾ ਟਫ ਈਜ਼ੀ ਮੋਡਰੇਟ
ਤਿੰਨੋਂ ਲੈਵਲ ਦਾ ਡਰ ਨਿਕਲ ਜੂਗਾ PPSC ਪੇਪਰ ਦਾ। ਤੇ ਜਿਹੜੀ ਮੈਂ ਤੁਹਾਨੂੰ ਸਾਰੀ ਅਪਰੋਚ ਦੱਸੀ ਹੈ, ਆਈ ਐਮ 100% ਸ਼ੋਰ ਕਿ ਇਸ ਅਪਰੋਚ ਦੇ ਨਾਲ ਤੁਸੀਂ ਪੇਪਰ ਦੇ ਵਿੱਚ ਇੱਕ ਬਹੁਤ ਵਧੀਆ ਅਟੈਂਪਟ ਦੇ ਸਕੋਗੇ। ਉਸ ਤੋਂ ਬਾਅਦ ਜੇ ਕੋਈ ਸਟੂਡੈਂਟ ਰਿਵੀਜ਼ਨ ਦੇ ਲਈ ਵੀਡੀਓ ਲੈਕਚਰ ਲੈਣਾ ਚਾਹੁੰਦਾ ਤਾਂ ਤੁਸੀਂ ਲੈ ਸਕਦੇ ਹੋ। ਪ੍ਰਾਈਸ ਮੈਂਸ਼ਨ ਹੈ ਅਲੱਗ-ਅਲੱਗ ਸਬਜੈਕਟਸ ਦੇ ਲੈਕਚਰ ਦਾ, ਜਿਵੇਂ এনवायरमेंट ਹੈ ਉਹਦੇ ਵਿੱਚ ਮੈਂ ਜਿੰਨੇ ਵੀ ਇੰਪੋਰਟੈਂਟ ਕਰੰਟ ਇਸ਼ੂਜ਼ ਦੇ ਵਿੱਚੋਂ ਸਟੈਟਿਕ ਕਨਸੈਪਟ ਨਿਕਲ ਕੇ ਆਉਂਦੇ ਨੇ, ਬਾਇਓ ਐਕਿਊਮੂਲੇਸ਼ਨ ਕੀ ਹੈ, ਲੈਂਡ ਡਿਗਰੇਡੇਸ਼ਨ ਕੀ ਹੈ, ਆਇਲ ਸਪਿਲ ਕੀ ਹੈ, ਪੋਲਿਊਸ਼ਨ, ਐਸਿਡ ਰੇਨ, ਹਰ ਇਸ਼ੂ ਮੈਂ ਕਵਰ ਕੀਤਾ ਹੋਇਆ ਹੈ এনवायरमेंट ਵੀਡੀਓ ਲੈਕਚਰ ਦੇ ਅੰਦਰ। ਸਾਇੰਸ ਐਂਡ ਟੈਕਨੋਲੋਜੀ ਦੇ ਲੈਕਚਰ ਅਵੇਲੇਬਲ ਨੇ, ਪੰਜਾਬ ਜੀਕੇ ਇਜ਼ देयर, ਇਕਨੋਮਿਕਸ, ਮਾਡਰਨ ਇੰਡੀਆ ਹਿਸਟਰੀ ਦੇ ਕੰਪਲੀਟ ਲੈਕਚਰ ਹੈ, ਕਰੰਟ ਅਫੇਅਰਸ ਦੇ ਡੀਟੇਲਡ ਤੇ MCQ ਦੋਨੋਂ ਤਰ੍ਹਾਂ ਦੇ ਲੈਕਚਰ ਅਵੇਲੇਬਲ ਨੇ। ਅਰਾਊਂਡ 13-14 ਟੋਟਲ ਵੀਡੀਓ ਲੈਕਚਰ ਨੇ ਕਰੰਟ ਅਫੇਅਰਸ ਦੇ। ਦੈਨ ਕਮਸ ਪੋਲਿਟੀ। ਸੋ ਜੇ ਤੁਸੀਂ ਇਹਨਾਂ ਦੇ ਵਿੱਚੋਂ ਕਿਸੇ ਵੀ ਇੱਕ ਸਬਜੈਕਟ ਦੇ ਵੀ ਵੀਡੀਓ ਲੈਕਚਰ ਲੈਣਾ ਚਾਹੁੰਦੇ ਹੋ ਕੋਆਪਰੇਟਿਵ ਐਗਜ਼ਾਮ ਦੀ ਰਿਵੀਜ਼ਨ ਦੇ ਲਈ ਤਾਂ ਲੈ ਸਕਦੇ ਹੋ। ਯੂ ਕੈਨ ਸੈਂਡ ਈਮੇਲ ਔਨ legalvictor02896@gmail.com। So that was all for today, and again I am saying कि ਇਹ ਜਿਹੜੀ strategy ਹੈ, this is as per best of my knowledge, it's completely up to you, but ਇਹਦੇ ਵਿੱਚੋਂ ਮੈਂ ਰਿਪੀਟ ਕਰ ਰਹੀ ਹਾਂ ਕਿ ਜਿਹੜੇ ਮੈਂ ਤੁਹਾਨੂੰ 2 previous year question paper ਕਹੇ ਨੇ ਉਹਨਾਂ ਨੂੰ ਤੁਸੀਂ ਜ਼ਰੂਰ ਇੱਕ ਵਾਰ ਦੇਖ ਕੇ ਜਾਓ। Also, please do subscribe to my channel if you're visiting my channel for the first time or you haven't subscribed it yet. Follow Instagram page Victor's Knowledge for all latest update, and for important quiz join Telegram public channel Victor's Knowledge. And for any query or to buy any course, notes, video lecture, you can send email on legalvictor02896@gmail.com. That's all for today. Thank you and good luck.